नमस्कार प्यारे विद्यार्थियों। अज असी पंजाब स्टेट टीचर एलिजिबिलिटी टेस्ट जो कि 2014 विच लिया गया सी दे पहले पेपर दी चाइल्ड साइकोलॉजी नूं हल करन जा रहे हैं। आओ शुरू करिए। हाँ जी, तो साडा पहला प्रश्न है, ए चाइल्ड फ्रॉम इकोनॉमिकली वीकर सेक्शन इज एडमिटेड टू योर क्लास इन ए प्राइवेट स्कूल where other children are not from the same category। ਤੁਹਾਡੀ ਕਲਾਸ ਦੇ ਵਿੱਚ ਇੱਕ ਕਮਜ਼ੋਰ ਵਰਗ, ਆਰਥਿਕ ਤੌਰ ਤੇ ਪਛੜੇ ਹੋਏ ਵਰਗ ਨਾਲ ਸੰਬੰਧਿਤ ਬੱਚਾ ਦਾਖਲਾ ਲੈਂਦਾ ਹੈ ਇੱਕ ਪ੍ਰਾਈਵੇਟ ਸਕੂਲ 'ਚ, ਜਿੱਥੇ ਆਮ ਤੌਰ ਤੇ ਮਹਿੰਗੇ ਸਕੂਲ ਹੁੰਦੇ ਨੇ ਤੇ ਅਮੀਰ ਬੱਚੇ ਹੀ ਦਾਖਲਾ ਲੈਂਦੇ ਨੇ। ਇੱਕ ਪਛੜੇ ਹੋਏ ਵਰਗ ਦਾ ਬੱਚਾ ਆਇਆ ਹੈ ਜਿਹੜਾ ਕਿ ਆਰਥਿਕ ਤੌਰ ਤੇ ਕਮਜ਼ੋਰ ਹੈ। ਐਜ਼ ਅ ਟੀਚਰ ਯੂ ਵਿਲ ਕੀਪ ਦ ਚਾਈਲਡ ਇਨ ਦ ਕਲਾਸ ਐਂਡ ਸੈਂਸਿਟਾਈਜ਼ ਅਦਰ ਚਿਲਡਰਨ ਅਬਾਊਟ देयर ਨੀਡਸ। ਬੱਚੇ ਨੂੰ ਕਲਾਸ ਦੇ ਵਿੱਚ ਹੀ ਰੱਖੋਗੇ ਤੇ ਦੂਜੇ ਬੱਚਿਆਂ ਨੂੰ ਉਹਦੀਆਂ ਲੋੜਾਂ ਪ੍ਰਤੀ ਜਾਗਰੂਕ ਕਰੋਗੇ, ਸੰਵੇਦਨਸ਼ੀਲ ਬਣਾਓਗੇ। ਆਸਕ ਦ ਚਾਈਲਡ ਟੂ ਜੁਆਇਨ ਸਕੂਲ ਦੈਟ ਹੈਜ਼ ਚਿਲਡਰਨ ਫਰਮ ਇਕਨੋਮਿਕ ਵੀਕਰ ਸੈਕਸ਼ਨਸ ਓਨਲੀ। ਕਹੋਗੇ ਕਿ ਦੂਸਰੇ ਸਕੂਲ 'ਚ ਜਾਵੇ ਜਿੱਥੇ ਇਦਾਂ ਦੇ ਹੀ ਬੱਚੇ ਪੜ੍ਹਦੇ ਨੇ। ਬਿਲਕੁਲ ਨਹੀਂ, ਨੈਗੇਟਿਵ ਸੈਂਸ ਦਾ ਆਨਸਰ ਹੈ। ਸੁਜੈਸਟ ਦ ਚਾਈਲਡ ਟੂ ਟੇਕ ਅਪ ਵੋਕੇਸ਼ਨਲ ਕੋਰਸ। ਬੱਚੇ ਨੂੰ ਕਿੱਤਾ ਮੁਖੀ ਕੋਰਸ ਲੈਣ ਲਈ ਕਹੋਗੇ, ਗਲਤ ਹੈ। ਹੈਵ नो रोल टू प्ले, कोई रोल नहीं प्ले करोगे। सो ए इज द करेक्ट आंसर। Which of the following is not an example of gross motor skill? ਇਹਦੇ ਵਿੱਚੋਂ ਤਿੰਨ gross motor skills ਨੇ, ਇੱਕ ਉਹ ਨਹੀਂ ਹੈ, ਉਹ ਚੁਣਨੀ ਹੈ ਤੁਸੀਂ। Threading of beads in a string, ਇਹੀ ਆਏਗੀ ਜੀ ਕਿਉਂਕਿ ਇਹ fine motor skill ਹੈ। ਇਹਦੇ ਵਿੱਚ ਕੁਸ਼ਲਤਾ, ਮੁਹਾਰਤ ਦੀ ਲੋੜ ਹੈ। Running a race, climbing stairs, hopping on one leg, ਇਹ ਸਾਰੀਆਂ gross motor skills ਨੇ। ਦੋਨਾਂ 'ਚ ਫਰਕ ਕੀ ਹੈ? gross motor skills ਦੇ ਵਿੱਚ ਅਸੀਂ large muscles ਦੀ ਵਰਤੋਂ ਕਰਦੇ ਹਾਂ ਤੇ ਫਾਈਨ ਮੋਟਰ ਸਕਿੱਲਸ ਦੇ ਵਿੱਚ ਅਸੀਂ ਜਿਹੜੇ ਸਮਾਲ ਮਸਲਸ ਦੀ ਵਰਤੋਂ ਕਰਦੇ ਹਾਂ। ਬਰੀਕੀ ਮੁਹਾਰਤ ਦੀ ਲੋੜ ਹੁੰਦੀ ਹੈ ਫਾਈਨ ਮੋਟਰ ਸਕਿੱਲਸ ਦੇ ਵਿੱਚ। 3 ਸਟੂਡੈਂਟਸ ਵਿਦ ਡਿਸਲੈਕਸੀਆ ਆਰ ਐਡਮਿਟਡ ਟੂ ਯੂਰ ਕਲਾਸ। ਡਿਸਲੈਕਸੀਆ ਇੱਕ ਤਰ੍ਹਾਂ ਦੀ ਲਰਨਿੰਗ ਡਿਸੇਬਿਲਿਟੀ ਹੈ। ਇਹਦੇ ਨਾਲ ਪੀੜਿਤ ਬੱਚੇ ਤੁਹਾਡੀ ਕਲਾਸ ਦੇ ਵਿੱਚ ਦਾਖਲ ਹੋਏ ਨੇ। ਠੀਕ ਹੈ ਜੀ। ਬੱਚਿਆਂ ਨੂੰ ਅੱਖਰਾਂ ਦੀ ਪਛਾਣ ਨਹੀਂ ਹੁੰਦੀ, ਭੁਲੇਖਾ ਜਿਹਾ ਪੈਂਦਾ ਰਹਿੰਦਾ ਹੈ, ਤਾਂ ਤੁਸੀਂ ਐਜ਼ ਅ ਟੀਚਰ ਕੀ ਕਰੋਗੇ? ਆਸਕ them to be in a special class, no। Request the principal to give you assistant teacher, no। Sensitize other children about their needs, ਬਿਲਕੁਲ ਠੀਕ ਹੈ। ਉਹਨਾਂ ਦੀਆਂ ਲੋੜਾਂ ਦੇ ਪ੍ਰਤੀ ਬੱਚਿਆਂ ਨੂੰ ਸੰਵੇਦਨਸ਼ੀਲ ਬਣਾਓਗੇ and learn techniques to teach them, ਤੇ ਖੁਦ ਇੱਕ ਵਿਦਿਆਰਥੀ ਦੀ ਤਰ੍ਹਾਂ ਉਹਨਾਂ ਨੂੰ ਸਿਖਾਉਣ ਲਈ ਨਵੀਆਂ-ਨਵੀਆਂ ਤਕਨੀਕਾਂ ਸਿੱਖੋਗੇ। ਬਿਲਕੁਲ ਠੀਕ ਹੈ ਜੀ। ਸਾਨੂੰ ਐਜ਼ ਅ ਟੀਚਰ ਨਹੀਂ ਬਲਕਿ ਐਜ਼ ਅ ਲਰਨਰ ਹੀ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੈ। Arrange the following the kinds of play in sequence of their occurrence in the development of the child। ਬੱਚੇ ਦੇ ਵਿਕਾਸ ਦੇ ਪੜਾਵਾਂ ਦੇ ਅਨੁਸਾਰ ਬੱਚਾ ਕਿਵੇਂ ਦੇ ਖੇਲ ਖੇਲਦਾ ਏ, ਉਹਨੂੰ ਅਸੀਂ ਤਰਤੀਬ ਦੇ ਵਿੱਚ ਲਾਉਣਾ ਹੈ। ਸਭ ਤੋਂ ਪਹਿਲਾਂ ਬੱਚਾ ਖਿਡੌਣੇ ਨਾਲ ਖੇਡਦਾ ਹੈ, ਫੰਕਸ਼ਨਲ ਪਲੇ। ਫਿਰ ਬੱਚਾ ਜਿਹੜਾ ਕੰਸਟਰਕਟਿਵ ਪਲੇ, ਤੁਸੀਂ ਦੇਖਿਆ ਉਹ ਬਲੌਕਸ ਤੋਂ ਕੁਛ ਨਾ ਕੁਛ ਕੰਸਟਰਕਟ ਕਰਨਾ ਸਿੱਖਦਾ ਏ। ਤੀਸਰਾ ਹੁੰਦਾ ਜੀ ਮੇਕ ਬਲੀਫ ਪਲੇ। ਮੇਕ ਬਲੀਫ ਦਾ ਮਤਲਬ ਕੀ ਹੁੰਦਾ ਹੈ ਕਿ ਉਹ ਜਿਵੇਂ ਲੜਕੀਆਂ ਨੇ ਟੀਚਰ ਦਾ ਰੋਲ ਪਲੇ ਕਰਦੀਆਂ ਨੇ, ਆਪਣੇ ਆਪ ਨੂੰ ਕਿਸੇ ਨਾ ਕਿਸੇ ਦੇ ਰੋਲ 'ਚ ਰੱਖ ਕੇ ਪਲੇ ਕਰਨਾ। ਤੇ ਫਿਰ ਹੁੰਦਾ ਜੀ ਰੂਲਸ ਫਰੇਮ ਕਰਕੇ ਖੇਡਣਾ। ਤਾਂ ਇਹਦੀ ਸਹੀ ਸੀਕੁਐਂਸ ਕੀ ਆਏਗੀ? 3 2 1 4। ਆਪਣੇ ਕੋਲ A ਆਨਸਰ ਪਿਆ ਜੀ 3 2 1 ਤੇ 4। The increased stereotyping of attitudes, behavior and movement towards a more traditional gender identity is called as। ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ, ਬੁਢਾਪੇ ਵੱਲ ਨੂੰ ਜਾਂਦੇ ਆ, ਤਾਂ ਸਾਡਾ ਜਿਹੜਾ ਰੂੜੀਵਾਦੀ ਰਵੱਈਆ ਹੈ ਜੈਂਡਰ ਰੋਲਸ ਦੇ ਪ੍ਰਤੀ, ਜੈਂਡਰ ਆਇਡੈਂਟੀਟੀ ਦੇ ਪ੍ਰਤੀ, ਲਿੰਗਕ ਪਛਾਣ ਦੇ ਪ੍ਰਤੀ, ਉਹ ਵੱਧਦਾ ਹੀ ਜਾਂਦਾ ਹੈ। ਰੁਝਾਨ ਸਾਡਾ ਡੂੰਘਾ ਹੁੰਦਾ ਜਾਂਦਾ ਹੈ। ਉਸ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਕਿਹਾ ਜਾਂਦਾ ਹੈ ਜੀ ਜੈਂਡਰ ਇੰਟੈਂਸੀਫਿਕੇਸ਼ਨ। ਇੰਟੈਂਸ ਪ੍ਰਬਲਤਾ ਹੋਗੀ, ਹੋਰ ਪ੍ਰਬਲਤਾ ਹੋਗੀ ਉਮਰ ਦੇ ਵਧਣ ਨਾਲ। ਜੈਂਡਰ ਇਜ਼ ਇਹ ਤੁਹਾਡੇ ਸਿਲੇਬਸ 'ਚ ਜੇ ਧਿਆਨ ਨਾਲ ਦੇਖੋ ਪਹਿਲਾਂ ਇੱਕ ਪੁਆਇੰਟ ਦਿੱਤਾ ਹੋਇਆ ਹੈ ਜੈਂਡਰ ਐਜ਼ ਏ ਸੋਸ਼ਲ ਕੰਸਟਰਕਟ, ਕਿਉਂਕਿ ਜੈਂਡਰ ਦਾ ਨਿਰਮਾਣ ਸੁਸਾਇਟੀ 'ਚ ਹੁੰਦਾ ਹੈ ਤੇ ਜਿਹੜਾ ਸੈਕਸ ਹੈ ਉਹ ਇੱਕ ਬਾਇਓਲੋਜੀਕਲ ਟਰਮ ਹੈ। Which of the following statement is appropriate? Emotions don't affect learning at all, ਗਲਤ ਹੈ ਜੀ। Learning may be both enhanced or inhibited by learning। ਕਈ ਵਾਰ ਸਾਡੇ ਜਿਹੜੇ ਸੰਵੇਗ ਨੇ ਉਹ ਲਰਨਿੰਗ ਨੂੰ ਤੇਜ਼ ਕਰਦੇ ਨੇ ਤੇ ਕਈ ਵਾਰ ਇਹਦੇ ਵਿੱਚ ਰੁਕਾਵਟ ਵੀ ਬਣਦੇ ਨੇ। Learning is better when learners are emotional, ਗਲਤ ਹੈ। Learners forget quicker when they are emotional, ਇਹ ਵੀ ਗਲਤ ਹੈ। Which is not learning type of disability? देखो डिसलैक्सिया भी है, डिसकैलकुलिया भी है ते अफासिया भी है। एलिमिनेशन मैथड नाल कर लांगे तो डिसप्रैक्सिया लर्निंग डिसेबिलिटी नहीं है।
ਮੈਸਲੋਜ਼ ਹਾਇਰਾਰਕੀ ਆਫ ਨੀਡਸ ਐਕਸਕਲੂਡਸ ਵਿਚ ਆਫ ਦਾ ਫੋਲੋਇੰਗ, ਇਹਦੇ ਚ ਫਿਰ ਤੁਸੀਂ ਐਲੀਮੀਨੇਸ਼ਨ ਮੈਥਡ ਲਾਓਗੇ, ਕਿਹੜਾ ਲੈਵਲ ਹੈ ਹਾਇਰਾਰਕੀ ਦੇ ਵਿੱਚ ਜਿਹੜਾ ਨਹੀਂ ਹੁੰਦਾ ਮੈਸਲੋ ਦੀ ਹਾਇਰਾਰਕੀ ਦੇ ਵਿੱਚ। ਸੇਫਟੀ ਨੀਡਸ ਹੁੰਦੀਆਂ, ਫਿਜ਼ੀਓਲੋਜੀਕਲ ਹੁੰਦੀਆਂ, ਲਵ ਐਂਡ ਬਿਲੋਂਗਿੰਗਨੈਸ ਨੀਡਸ ਹੁੰਦੀਆਂ, ਕੋਗਨੀਸ਼ਨ ਦੀ ਗੱਲ ਮੈਸਲੋ ਦਾ ਹਾਇਰਾਰਕੀ ਨਹੀਂ ਕਰਦਾ। ट्रायल एंड एंड थ्योरी ऑफ लर्निंग वाज propounded by ट्रायल एंड एरर थ्योरी दी है जी साडे थॉर्नडाइक ने। विच ऑफ द फॉलोइंग इज नॉट रिकमेंडेड टीचिंग स्ट्रेटजीज फॉर स्टूडेंट विद स्पीच एंड कम्युनिकेशन डिसऑर्डर, ਜਿਹੜੇ ਬੱਚਿਆਂ ਨੂੰ ਬੋਲਣ ਦੇ ਵਿੱਚ ਦਿੱਕਤ ਆ, ਕਮਿਊਨੀਕੇਸ਼ਨ ਦੇ ਵਿੱਚ ਦਿੱਕਤ ਆ, ਉਹਦੇ ਨਾਲ ਰਿਲੇਟਡ ਸਮੱਸਿਆਵਾਂ ਨੇ, ਉਹਨਾਂ ਲਈ ਕਿਹੜੀ ਟੀਚਿੰਗ ਸਟ੍ਰੈਟਜੀ ਨਹੀਂ ਰਿਕਮੈਂਡ ਕੀਤੀ ਜਾਂਦੀ। ਲਿਸਨ ਪੇਸ਼ੈਂਟਲੀ ਜ਼ਰੂਰਤ ਹੈ ਜੀ ਇਹਦੀ। ਐਨਕਰੇਜ ਰੈਗੂਲਰ ਓਰਲ ਕਮਿਊਨੀਕੇਸ਼ਨ, ਇਹਦੀ ਵੀ ਲੋੜ ਹੈ ਜੀ। ask for clarification if the message is unclear, ਤੁਸੀਂ ਬਾਰ-ਬਾਰ ਰਿਪੀਟ ਕਰਨ ਲਈ ਕਹੋਗੇ ਜੇ ਮੈਸੇਜ ਤੁਹਾਡੇ ਤੱਕ ਨਹੀਂ ਪਹੁੰਚਿਆ, ਤੁਹਾਨੂੰ ਸਮਝ ਨਹੀਂ ਆਈ, ਇਹ ਵੀ ਤਰੀਕਾ ਅਸੀਂ ਵਰਤਦੇ ਹਾਂ। ਹੈਲਪ them by finishing their sentences, ਇਹਦੇ ਨਾਲ ਉਹਨਾਂ ਦਾ ਕੌਨਫੀਡੈਂਸ ਲੂਜ਼ ਹੋਏਗਾ। ਅਗਰ ਉਹਨਾਂ ਤੋਂ ਸੈਂਟੈਂਸ ਪੂਰਾ ਨਹੀਂ ਹੋ ਰਿਹਾ ਤਾਂ ਅਸੀਂ ਉਹਦਾ ਸੈਂਟੈਂਸ ਖੁਦ ਪੂਰਾ ਕਰ ਦਈਏ, ਇਹ ਉਹਨਾਂ ਦੇ ਕੌਨਫੀਡੈਂਸ ਨੂੰ ਲੂਜ਼ ਕਰੇਗਾ। ਇਹ ਟੈਕਨੀਕ ਅਸੀਂ ਨਹੀਂ ਵਰਤਣੀ। Self report measures that ask peers to evaluate on another's likability are called, ਜਦੋਂ ਅਸੀਂ ਬੱਚਿਆਂ ਨੂੰ ਕਹਿੰਦੇ ਆ ਕਿ ਆਪਣੇ ਸਹਿਪਾਠੀਆਂ ਦੀ ਲਾਈਕਿੰਗ ਦੇ ਆਧਾਰ ਤੇ ਆਪਣੇ ਆਪ ਨੂੰ ਜੱਜ ਕਰੋ, ਦੇਖੋ ਵੀ ਤੁਹਾਨੂੰ ਕਿੰਨੇ ਜਾਣੇ ਪਸੰਦ ਕਰਦੇ ਨੇ, ਕਿੰਨੇ ਤੁਹਾਡੇ ਦੋਸਤ ਨੇ, ਤਾਂ ਇਸ ਤਰੀਕੇ ਨੂੰ ਕੀ ਕਿਹਾ ਜਾਂਦਾ ਹੈ, ਸੋਸ਼ੀਓਮੈਟ੍ਰਿਕ ਟੈਕਨੀਕ। A child performed badly while playing tennis and now he is making excuses, ਇੱਕ ਬੱਚਾ ਜਦੋਂ ਖੇਡਦਾ ਸੀ ਤਾਂ ਉਹਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਟੈਨਿਸ ਖੇਡਦੇ ਹੋਏ, ਹੁਣ ਉਹ ਬਹਾਨੇ ਬਣਾ ਰਿਹਾ ਹੈ। The court was not properly prepared, ਯਾਨੀ ਕਿ ਉਹ ਆਪਣੀ ਹਾਰ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ, ਤਾਂ ਉਹਦਾ ਜਿਹੜਾ ਦੋਸ਼ ਹੈ ਉਹ ਕੋਰਟ ਤੇ ਲਗਾ ਰਿਹਾ ਕਿ ਜਿਹੜਾ ਖੇਡਣ ਦਾ ਕੋਰਟ ਸੀ ਉਹ ਸਹੀ ਨਹੀਂ ਸੀ ਤਿਆਰ ਕੀਤਾ ਗਿਆ। ਇਹ ਕਿਸ ਚੀਜ਼ ਦੀ ਐਗਜ਼ਾਮਪਲ ਹੈ? ਇਹ ਐਗਜ਼ਾਮਪਲ ਹੈ ਜੀ ਐਟਰੀਬਿਊਸ਼ਨ ਦੀ, ਬਟ ਐਟਰੀਬਿਊਸ਼ਨ ਇੰਟਰਨਲ ਨਹੀਂ ਹੈ। ਜੇ ਉਹ ਕਹਿੰਦਾ ਕਿ ਮੇਰੀ ਹੈਲਥ ਠੀਕ ਨਹੀਂ ਸੀ ਮੈਂ ਤਾਂ ਨਹੀਂ ਖੇਡਿਆ, ਤਾਂ ਉਹ ਇੰਟਰਨਲ ਐਟਰੀਬਿਊਸ਼ਨ ਹੁੰਦੀ, ਪਰ ਉਹ ਜਿਹੜਾ ਜ਼ਿੰਮਾ ਹੈ ਆਪਣੇ ਤੋਂ ਬਾਹਰ ਠਹਿਰਾ ਰਿਹਾ, ਕੋਰਟ ਦੇ ਉੱਪਰ ਪਾ ਰਿਹਾ, ਤਾਂ ਇਹਨੂੰ ਐਕਸਟਰਨਲ ਐਟਰੀਬਿਊਸ਼ਨ ਕਹਾਂਗੇ। Who proposed ethics of care as an alternative to Kohlberg's theory of moral development? ਕੋਹਲਬਰਗ ਦੀ moral development theory ਦਾ ਇੱਕ ਨਵਾਂ ਵਰਜ਼ਨ ਦਿੱਤਾ ਗਿਆ ਸੀ, ਕ੍ਰਿਟੀਕਲ ਵਰਜ਼ਨ ਦਿੱਤਾ ਗਿਆ ਸੀ ਇਹਦੇ ਕ੍ਰਿਟਿਕਸ ਦੇ ਤੌਰ ਦੇ ਉੱਪਰ। ਉਹ ਕਿਹਨੇ ਦਿੱਤਾ ਸੀ? ਇਹਦਾ ਜਿਹੜਾ ਟਾਈਟਲ ਸੀ that was ethics of care and it was proposed by Gilligan. Which of the following follows the principle that the frequency of a response increases because an aversive यानी कि unpleasant stimulus is removed? ਹੁਣ ਇਹ ਚੀਜ਼ ਧਿਆਨ ਚ ਰੱਖਣਾ ਹੈ ਕਿ ਜਿਹੜੀ reinforcement ਹੁੰਦੀ ਹੈ ਇਹ ਹਮੇਸ਼ਾ ਲਰਨਿੰਗ ਨੂੰ ਤੇਜ਼ ਕਰਦੀ ਹੈ। ਹੁਣ ਉਹਦੇ ਵਿੱਚ ਵੀ ਅੱਗੇ reinforcement ਹੈ ਦੋ ਤਰੀਕੇ ਦੀ ਹੈ, ਇੱਕ ਹੁੰਦੀ ਹੈ ਪੋਜ਼ਿਟਿਵ, ਇੱਕ ਹੁੰਦੀ ਹੈ ਨੈਗੇਟਿਵ। ਜਦੋਂ ਤੁਸੀਂ ਸਿੱਖਣ ਦੇ ਲਈ ਜਿਹੜੀ ਚੀਜ਼ ਦੀ ਲੋੜ ਹੈ, ਜਿਹੜੀ ਚੀਜ਼ ਪਲੇਜ਼ੈਂਟ ਹੈ ਉਹਨੂੰ ਵਧਾਉਂਦੇ ਜਾਓਗੇ ਤਾਂ ਉਹਨੂੰ ਪੋਜ਼ਿਟਿਵ ਰੀਇਨਫੋਰਸਮੈਂਟ ਕਿਹਾ ਜਾਊਗਾ। ਤੇ ਜਦੋਂ ਤੁਸੀਂ ਸਿੱਖਣ ਦੇ ਰਾਹ ਵਿੱਚ ਰੁਕਾਵਟ ਆਉਣ ਵਾਲੀਆਂ ਚੀਜ਼ਾਂ ਨੂੰ ਹਟਾਉਂਦੇ ਜਾਓਗੇ, ਬੱਚੇ ਦੇ ਸਿੱਖਣ ਦੇ ਰਸਤੇ 'ਚ ਜੇ ਕੋਈ ਰੁਕਾਵਟ ਆ ਰਹੀ ਹੈ ਤੁਸੀਂ ਉਹਨੂੰ ਦੂਰ ਕਰ ਦੋਗੇ ਤਾਂ ਉਹ ਇੱਕ ਤਰੀਕੇ ਨਾਲ ਲਰਨਿੰਗ 'ਚ ਸਹਾਇਕ ਹੋ ਰਹੀ ਹੈ। ਪਰ ਕਿਉਂਕਿ ਤੁਸੀਂ ਇੱਥੇ ਨੈਗੇਟਿਵਿਟੀ ਨੂੰ ਰਿਮੂਵ ਕੀਤਾ ਤਾਂ ਇਹ ਨੈਗੇਟਿਵ ਰੀਇਨਫੋਰਸਮੈਂਟ ਕਹੇਗੀ। The weakest link in establishing an effective and efficient education system for children with special needs, ਜਿਹਨੂੰ ਅਸੀਂ ਆਮ ਤੌਰ ਤੇ CWSN ਦੇ ਨਾਮ ਨਾਲ ਜਾਣਦੇ ਹਾਂ, ਇਹਦੇ ਵਿੱਚ ਸਭ ਤੋਂ ਕਮਜ਼ੋਰ ਕੜੀ ਕੀ ਹੈ? ਟੀਚਰਸ ਨੂੰ ਪ੍ਰੋਪਰ ਟ੍ਰੇਨ ਨਹੀਂ ਕੀਤਾ ਜਾ ਰਿਹਾ, ਸਾਰੇ ਅਧਿਆਪਕਾਂ ਨੂੰ ਇਹਨਾਂ ਦੀਆਂ ਲੋੜਾਂ ਦੇ ਪ੍ਰਤੀ ਸੰਵੇਦਨਸ਼ੀਲ ਨਹੀਂ ਬਣਾਇਆ ਜਾ ਰਿਹਾ। Who among the following viewed child as tabula rasa? ਤਬਲਾ ਰਾਸਾ ਦਾ ਮਤਲਬ ਹੁੰਦਾ ਜੀ ਕੋਰੀ ਸਲੇਟ, ਕਿ ਬੱਚਾ ਜਦੋਂ ਜਨਮ ਲੈਂਦਾ ਉਹ ਕੋਰੀ ਸਲੇਟ ਹੁੰਦਾ, ਜਿਹੜੀ ਤੁਸੀਂ ਸਾਂਚੇ ਦੇ ਵਿੱਚ ਢਾਲਣਾ ਚਾਹੋ ਉਹਨੂੰ ਢਾਲ ਸਕਦੇ ਹੋ। ਇਹ ਗੱਲ ਕਹੀ ਸੀ ਜੋਹਨ ਲੋਕੇ ਨੇ। concept of genetic epistemology is associated with, ਪਹਿਲਾਂ ਵੀ ਪ੍ਰਸ਼ਨ ਪੁੱਛਿਆ ਜਾ ਚੁੱਕਿਆ ਹੈ, it is associated with Jean Piaget, ਕਿਉਂਕਿ ਜੀਨ ਪਿਆਜੇਟ ਸ਼ੁਰੂਆਤ ਦੇ ਵਿੱਚ ਜੈਨੇਟਿਕ ਐਪਿਸਟੈਮੋਲੋਜਿਸਟ ਹੀ ਸੀਗਾ, ਯਾਨੀ ਕਿ ਇਹ ਗੁਣ ਸੂਤਰਾਂ ਦੇ ਉੱਪਰ ਗਿਆਨ ਇਕੱਤਰ ਕਰਦਾ ਸੀ। According to Piagetian theory, cognitive development is influenced by all of the following except, ਪਿਆਜੇਟ ਦੇ ਅਕੋਰਡਿੰਗ ਬੱਚੇ ਦਾ ਬੌਧਿਕ ਵਿਕਾਸ ਤਿੰਨ ਚੀਜ਼ਾਂ ਨਾਲ ਇਹਨਾਂ ਚੋਂ ਪ੍ਰਭਾਵਿਤ ਹੁੰਦਾ, ਪਰ ਇੱਕ ਚੀਜ਼ ਨੂੰ ਛੱਡ ਕੇ। ਉਹ ਕਿਹੜੀ ਚੀਜ਼ ਹੈ? ਪਰਸੈਪਸ਼ਨ ਵੀ ਪ੍ਰਭਾਵਿਤ ਕਰਦੀ ਹੈ ਬਿਕੋਜ਼ ਇਟ ਇਜ਼ ਰਿਲੇਟਡ ਟੂ ਕੋਗਨੀਟਿਵ ਸਟਰਕਚਰ, ਰੀਜ਼ਨਿੰਗ ਵੀ ਤੇ ਵਰਬਲ ਫੈਸਿਲਿਟੀਜ਼ ਵੀ। ਇਹਦੇ ਵਿੱਚ ਆਏਗਾ ਜੀ ਲੈਂਗੁਏਜ।
According to Piaget, cognitive development in human beings takes place through 4 stages. Piaget ਦੇ ਅਕੋਰਡਿੰਗ ਬੌਧਿਕ ਵਿਕਾਸ 4 ਸਟੇजेस ਤੋਂ ਹੋ ਕੇ ਹੁੰਦਾ। ਇਹਨਾਂ ਦਾ ਕਰੈਕਟ ਆਰਡਰ ਅਸੀਂ ਲਾਣਾ ਹੈ, ਬਹੁਤ ਈਜ਼ੀ ਹੈ। ਸੈਂਸੀਓਮੋਟਰ, ਪ੍ਰੀ ਆਪਰੇਸ਼ਨਲ, ਕੰਕਰੀਟ ਆਪਰੇਸ਼ਨਲ ਐਂਡ formal operational. This is the correct answer. Inclusive education is bringing all students together in one classroom and community. ठीक है जी। An effort to expose diverse learners to teaching strategies, then reach them as individual learners. ਇਕੱਲੇ ਇਕੱਲੇ ਨਾਲ ਨਜਿੱਠਣ ਦੀ ਬਜਾਏ ਇਹਨਾਂ ਦੀਆਂ ਲੋੜਾਂ ਨੂੰ ਇਕੱਠੇ ਤੌਰ ਤੇ ਰਣਨੀਤੀਆਂ ਨਾਲ ਜਾਣੂ ਹੋ ਕੇ ਇਹਨਾਂ ਨੂੰ ਪੜਾਉਣਾ। Providing individualized support and services to all the students. ਸਾਰੇ ਵਿਦਿਆਰਥੀਆਂ ਨੂੰ ਹੀ ਇਕੱਠੇ ਕਰਕੇ ਵਿਅਕਤੀਗਤ ਸੇਵਾਵਾਂ ਪ੍ਰਦਾਨ ਕਰਨੀਆਂ। ਇੱਕੋ ਕਲਾਸ 'ਚ ਬਿਠਾਉਣਾ ਹੈ, ਪਰ ਜਿਵੇਂ ਜੇ ਕੋਈ ਗੂੰਗਾ ਬੱਚਾ ਹੈ, ਕੋਈ ਬੋਲਾ ਬੱਚਾ ਹੈ, ਕੋਈ ਵਿਜ਼ੂਅਲੀ ਇੰਪੇਅਰਡ ਹੈ, ਹੀਅਰਿੰਗ ਇੰਪੇਅਰਡ ਹੈ, ਉਹਦੀਆਂ ਲੋੜਾਂ ਉੱਥੇ ਹੀ ਪੂਰੀਆਂ ਕਰਨੀਆਂ। ਇਹ ਸਾਰੇ ਹੀ ਤਰੀਕੇ ਇਨਕਲੂਸਿਵ ਦੇ ਨੇ। ਸੋ ਡੀ ਇਜ਼ ਦਾ ਕਰੈਕਟ ਆਨਸਰ। A child who says it is wrong to steal because she might get caught. ਇੱਕ ਬੱਚਾ ਕਹਿੰਦਾ ਚੋਰੀ ਨਹੀਂ ਕਰਨੀ, ਫੜੇ ਜਾਵਾਂਗੇ। ਫੜੇ ਜਾਣ ਤੋਂ ਡਰਦਾ ਹੈ, ਅੰਦਰੋਂ ਨਹੀਂ ਹੈਗਾ ਕਿ ਚੋਰੀ ਨਹੀਂ ਕਰਨੀ। ਤਾਂ ਕੋਹਲਬਰਗ ਦੀ ਕਿਹੜੀ ਸਟੇਜ ਦੇ ਵਿੱਚ ਹੈ? ਇਹ ਪ੍ਰੀ ਕਨਵੈਨਸ਼ਨਲ ਲੈਵਲ ਦੇ ਵਿੱਚ ਹੈ, ਜਿੱਥੇ ਉਹਨੂੰ ਪਤਾ ਹੀ ਨਹੀਂ ਚੰਗਾ ਕੀ ਹੈ ਤੇ ਮਾੜਾ ਕੀ ਹੈ। ਉਹ ਸਿਰਫ ਪਨਿਸ਼ਮੈਂਟ ਤੇ ਓਬੀਡੀਐਂਸ ਓਰੀਐਂਟੇਸ਼ਨ ਦੇ ਕਰਕੇ ਇਹ ਗੱਲ ਕਹਿ ਰਿਹਾ। ਤਾਂ ਇਹ ਉਹਦੀ ਪਹਿਲੇ ਲੈਵਲ ਦੀ ਪਹਿਲੀ ਸਟੇਜ ਹੈ। ਡੈਸ਼ ਇਜ਼ ਅ ਕਾਮਨ ਕਰੈਕਟਰਿਸਟਿਕ ਆਫ ਆਟਿਜ਼ਮ। ਆਟਿਜ਼ਮ ਸਪੈਕਟਰਮ ਡਿਸਆਰਡਰ, ਆਮ ਤੌਰ ਤੇ ਅਸੀਂ ਇਹਨੂੰ ਜਾਣਦੇ ਹਾਂ। ਇਹ ਮਲਟੀਪਲ ਪ੍ਰੋਬਲਮਸ ਹੁੰਦੀਆਂ ਬੱਚੇ ਦੇ ਵਿੱਚ। ਸਭ ਤੋਂ ਕਾਮਨ ਕਰੈਕਟਰਿਸਟਿਕਸ ਉਹਦੀ ਕੀ ਹੈ ਕਿ ਉਹਨੂੰ ਸਮਾਜਿਕ ਵਰਤਾਰੇ ਦਾ ਗਿਆਨ ਹੀ ਨਹੀਂ ਹੁੰਦਾ। ਇੰਪੇਅਰਡ ਸੋਸ਼ਲ ਕੋਗਨੀਸ਼ਨ, ਉਹਨੂੰ ਪਤਾ ਹੀ ਨਹੀਂ ਕਿ ਮੈਂ ਇੱਕ ਸਮਾਜਿਕ ਪ੍ਰਾਣੀ ਹਾਂ। ਉਹ ਆਪਣੇ ਆਪ ਤੱਕ ਹੀ ਬੱਚਾ ਸੀਮਿਤ ਹੁੰਦਾ ਤੇ ਕਈ ਵਾਰ ਆਪਣੀਆਂ ਲੋੜਾਂ ਲਈ ਵੀ ਦੂਜਿਆਂ ਦੇ ਉੱਪਰ ਨਿਰਭਰ ਹੁੰਦਾ। In which of the following schools of psychology the understanding of learning was based on Johann Locke's ideas? ਜੋਹਨ ਲੋਕੇ ਨੇ ਉੱਪਰ ਕੀ ਕਿਹਾ ਆਪਾਂ ਪੜ੍ਹਿਆ ਕਿ ਬੱਚਾ ਕੋਰੀਸਲੇਟ ਹੁੰਦਾ। ਅਸੀਂ ਜਿਵੇਂ ਦਾ ਉਹਨੂੰ ਪ੍ਰੋਵਾਈਡ ਕਰਾਂਗੇ ਸਟਰਕਚਰ, ਉਵੇਂ ਦੀ ਹੀ ਉਹਦੀ ਲਰਨਿੰਗ ਹੋਏਗੀ। ਤਾਂ ਇਹ ਜਿਹੜੀ ਵਿਚਾਰਧਾਰਾ ਹੈ ਵਿਵਹਾਰਵਾਦ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਜਿਵੇਂ ਤੁਸੀਂ ਬੱਚੇ ਨੂੰ ਸਿਖਾਉਣਾ ਚਾਹੋ, ਚਾਹੇ ਉਹ ਕਲਾਸੀਕਲ ਕੰਡੀਸ਼ਨਿੰਗ ਹੈ, ਚਾਹੇ ਉਹ ਓਪੇਰੈਂਟ ਕੰਡੀਸ਼ਨਿੰਗ ਹੈ, ਉਹ ਜੋਹਨ ਲੋਕੇ ਦੇ ਆਈਡੀਆਜ਼ ਨਾਲ ਹੀ ਡੀਲ ਕਰਦੀਆਂ ਨੇ। IEP ਸਟੈਂਡਸ ਫॉर ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ। B पे है जी आंसर। The model about the interaction between behavior, person and environment। तीन चीज़ों ਦੇ ਵਿੱਚ interaction ਦਾ model ਦਿੱਤਾ ਬੈਂਡਿਊਰਾ ਨੇ। ਇਸ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਕਿਹਾ ਜਾਂਦਾ ਹੈ reciprocal determinism model। ਨਹੀਂ, ਗਲਤ ਹੈ। ਇਹਦੇ ਵਿੱਚ ਇਕੋਲੋਜੀਕਲ ਮਾਡਲ ਹੈ। ਜਦੋਂ ਬੱਚੇ ਬਿਹੇਵੀਅਰ, ਪਰਸਨ ਤੇ এনवायरमेंट ਦੇ ਵਿੱਚ ਇੰਟਰੈਕਸ਼ਨ ਦੀ ਗੱਲ ਆਉਂਦੀ ਹੈ ਤਾਂ ਇਹ ਇਕੋਲੋਜੀਕਲ ਮਾਡਲ ਹੈ। Who conducted the famous experiment about learning through conditioning on Little Albert? Little Albert ਦੇ ਬਾਰੇ ਐਕਸਪੈਰੀਮੈਂਟ ਦੇ ਵਿੱਚ ਗੱਲਬਾਤ ਕੀਤੀ ਗਈ ਹੈ। ਇਹ ਗੱਲ ਕੀਤੀ ਹੈ ਜੀ ਵਾਟਸਨ ਨੇ। ਲਿਟਲ ਐਲਬਰਟ ਨਾਂ ਦਾ ਇੱਕ ਛੋਟਾ ਜਿਹਾ ਬੱਚਾ ਹੈ ਜਿਹਨੂੰ ਭਾਲੂ ਦੇ ਨਾਲ ਖੇਡਣ ਲਈ, ਟੁਆਏ ਦੇ ਨਾਲ ਖੇਡਣ ਲਈ, ਸੌਫਟ ਜਿਹਦੀ ਫਰ ਸੀ ਟੁਆਏ ਦੇ ਨਾਲ ਖੇਡਣ ਲਈ, ਉਹਦੇ ਤੇ ਐਕਸਪੈਰੀਮੈਂਟ ਕੀਤਾ ਗਿਆ ਸੀ ਤੇ ਉਹਦੇ ਨਾਲ ਨਾਲ ਡਰਾਉਣੀ ਆਵਾਜ਼ ਕੱਢ ਕੇ ਬੱਚੇ ਨੂੰ ਖੇਡ ਤੋਂ ਦੂਰ ਕੀਤਾ ਗਿਆ ਸੀ। Who proposed the concept of primary mental abilities? Repeated है जी प्रश्न। ये ਜਿਹੜੀ ਥਿਊਰੀ ਹੈ ਇੰਟੈਲੀਜੈਂਸ ਦੇ ਵਿੱਚ ਕਿ ਇੰਟੈਲੀਜੈਂਸ ਇਜ਼ ਸਮ ਟੋਟਲ ਆਫ ਪ੍ਰਾਇਮਰੀ ਮੈਂਟਲ ਐਬਿਲਿਟੀਜ਼, ਇਹ ਜਿਹੜੀ ਹੈ ਉਹ ਥਰਸਟਨ ਨੇ ਦਿੱਤੀ ਸੀ। ਅਕੋਰਡਿੰਗ ਟੂ ਸੋਸ਼ਲ ਕੰਸਟਰਕਟਿਵਿਜ਼ਮ, ਕੋਗਨੀਟਿਵ ਡਿਵੈਲਪਮੈਂਟ, ਸਮਾਜਿਕ ਰਚਨਾਤਮਕਵਾਦ ਦੇ ਅਨੁਸਾਰ ਬੌਧਿਕ ਵਿਕਾਸ ਕੀ ਹੈ? ਇਜ਼ ਡਿਟਰਮਾਈਨਡ ਬਾਈ ਜੀਨਸ? नो। इज essentially related to one's culture? ठीक है जी। इन्होंने गल की है, सोशल कंस्ट्रक्टिविस्ट्स ने गल की है कि बच्चे का बौद्धिक विकास उदों होंदा है जदों वो समाज दे विच विचरदा है, अपने कल्चर के बारे जानकारी प्राप्त करता है, अपनी लैंग्वेज के प्रभाव हेठ आउंदा है। हैज नो इन्फ्लुएंस ऑफ लैंग्वेज एंड कल्चर? गलत है जी। इज यूनिवर्सल एंड फॉलोज ए कॉमन ट्रेंड? ये भी गलत है क्योंकि सोशल कंस्ट्रक्टिविज्म ये नहीं कहता कि कॉमन ट्रेंड फॉलो करता है। नो, ये कहता कि वक्रे कल्चर हुंदे ने, वक्रे उहदे टूल हुंदे ने ते जिवें दा कल्चर हुंदा बच्चे दा विकास भी उवें दा ही हुंदा जांदा है। इट वेरीज फ्रॉम कल्चर टू कल्चर। In which of the following age periods do human beings experience a heightened emotions and physiological response?
ਦੇਖੋ ਹਾਈਟਨਡ ਇਮੋਸ਼ਨਸ ਤਾਂ ਜਿਹੜੇ ਨੇ अर्ਲੀ ਚਾਈਲਡਹੁੱਡ ਦੇ ਵਿੱਚ ਵੀ ਹੁੰਦੇ ਨੇ, ਬੱਚੇ ਦੇ ਇਮੋਸ਼ਨਸ ਸਟੇਬਲ ਨਹੀਂ ਹੁੰਦੇ, ਪਰ ਇੱਥੇ ਨਾਲ-ਨਾਲ ਸਰੀਰਕ ਕਿਰਿਆ ਦੀ ਵੀ ਗੱਲ ਕੀਤੀ ਹੈ ਤਾਂ ਸਰੀਰਕ ਤਬਦੀਲੀਆਂ ਤੇ ਇਮੋਸ਼ਨਸ ਦਾ ਇਕੱਠਾ ਸੰਬੰਧ ਜਿਹੜਾ ਹੁੰਦਾ ਉਹ ਸਾਡੇ ਕਿਸ਼ੋਰ ਅਵਸਥਾ ਨਾਲ ਹੁੰਦਾ ਹੈ। ਸੋ ਬੀ ਐਡੋਲਸੈਂਸ ਇਜ਼ ਦਾ ਕਰੈਕਟ ਆਂਸਰ। ਹਾਂਜੀ ਪਿਆਰੇ ਵਿਦਿਆਰਥੀਓ, ਅਗਰ ਅੱਜ ਦੀ ਵੀਡੀਓ ਤੁਹਾਨੂੰ ਲਾਹੇਵੰਦ ਲੱਗੀ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਅਗਰ ਤੁਸੀਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਦੇ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਵਿਜ਼ਿਟ ਕਰ ਸਕਦੇ ਹੋ। ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕਸ ਫॉर ਵਾਚਿੰਗ।